सतनाम श्री वाहिगुरु साहिब जीओ। जेता समुंद सागर नीर भरिया, तेते अवगण हमारे। दया करो किच मेहर उपावो, डुबदे पत्थर तारे जियड़ा गना बराबर तपै। पीतर बगै घाती, प्रणवते नानक हुक्म पछाणै। सुख होवै दिन राती, प्रणवत नानक हुक्म पछाणै। सुख होवै दिन राती। जुगो जुगा टल चबर शब्द तखत दे मालिक, दसां पातशाहियां जी दी जोत हाजिर नाजिर श्री गुरु ग्रंथ साहिब महाराज जी दे पावन पवित्र सतगुरां दे सन्मुख हाजूरी अंदर जुड़ बैठी गुरु प्यारी, गुरु सवारी, गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन बिरतियां कागर करके जुड़ करके बहन की कृपालता करिए। समय और श्वासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है, विचार इत्थों तक सी के जिस वेले सतगुरु गुरु हरगोबिंद महाराज छेवें पातशाह मेरी पीरी दे मालिक कृपालू दयालु सतगुरु जी, सतगुरु जी इधर रमदास नगर विखे गए हैं जिथे बाबा बुढ़ा जी विराजमान सन। ते इधरों सतगुरु जी की अपार बख्शिश रहमत द्वारा कहते सतगुरु जी करतारपुर की धरती ते गए ने संगत के कहण ते दर्शन दीदारे करने वास्ते। ते बाद विच दर्शन दीदारे करके करतारपुर की धरती जिथे सतगुरु नानक देव महाराज ने बख्शिश रहमत की सी, उथे नजदीक बाबा श्री चंद जी गुरु नानक देव महाराज दे बड़े पुत्र उन्हां दे नाल बचन विलास करके वापस इधर रमदास नगर विखे पधारे सतगुरु जी। ते जिस वेले रमदास नगर विखे वापस आए ने ते संगतां ने बेनती की सतगुरु जी आप जी की कृपा रहमत मेहरां दे सदका आ दिवाली दा त्योहार नजदीक आ रहा, कुछ क दिन बाकी ने, आप जी कृपा करो ते अमृतसर की धरती ते चलो चल के जो दिवाली दे संबंध दे विच उत्थे बख्शिशां रहमतां बरताओ, दर्शन दीदारे बख्शो। ते संगतां दे मन दे विच भी चाहो है कि आप जी अमृतसर की धरती ते चलो, उत्थे जाके गुरबाणी दे प्रवाह चलाओ, सिक्खी प्रदान करो, संगतां नूं दर्शन दीदारे बख्शो। जिस वेले सिखां ने बेनती की सतगुरु जी नूं, उस वेले सतगुरु गुरु हरगोबिंद महाराज छेवें पातशाह सतगुरु जी दे उन्हां दे मन दे विच भी चाओ उत्पन्न होया कि वाकई अमृतसर की धरती ते जाना चाहिए, उत्थे चल के
ਜੋ ਸਿੱਖਾਂ ਨੂੰ ਦਰਸ਼ਨ ਦਿਦਾਰੇ ਬਖਸ਼ੀਏ। ਜੋ ਅੰਮ੍ਰਿਤਸਰ ਦੀ ਧਰਤੀ ਦੇ ਦਰਬਾਰ ਸਾਹਿਬ ਦੇ ਕਾਰਜ ਨੇ ਉਹਨਾਂ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਤਾਈਏ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਨੇ। ਸਿੱਖਾਂ ਨੂੰ ਉਪਦੇਸ਼ ਦਿੱਤਾ, ਸਿੱਖੋ ਕੱਲ 2 ਦਿਨ ਆਪਾਂ ਜ਼ਰੂਰ ਚੱਲਾਂਗੇ, ਤਿਆਰੀਆਂ ਕਰ ਲਓ। ਸੋ ਤਿਆਰੀਆਂ ਪੂਰਨ ਤੌਰ ਤੇ ਕੀਤੀਆਂ ਗਈਆਂ ਤੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਭਾਨਾ ਜੀ ਸਤਿਗੁਰੂ ਜੀ ਕੋਲ ਆ ਕੇ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਮੈਂ ਵੀ ਆਪ ਜੀ ਦੇ ਨਾਲ ਚੱਲਾਂਗਾ ਅੰਮ੍ਰਿਤਸਰ ਦੀ ਧਰਤੀ ਤੇ, ਕਿਉਂਕਿ ਪਿਤਾ ਜੀ ਆ ਬਚਨ ਕਹਿ ਕੇ ਗਏ ਸਨ ਕਿ ਤੁਸੀਂ ਸਤਿਗੁਰੂ ਜੀ ਦੇ ਨਾਲ ਰਹਿਣਾ, ਜੋ ਵੀ ਗੁਰੂ ਘਰ ਦੇ ਕਾਰਜ ਨੇ ਉਹ ਸਾਡੀ ਥਾਂ ਤੇ ਕਰਨੇ ਆ। ਇਸ ਕਰਕੇ ਮੈਂ ਨਾਲ ਚੱਲਾਂਗਾ ਅੰਮ੍ਰਿਤਸਰ ਦੀ ਧਰਤੀ ਤੇ, ਆਪ ਜੀ ਬਖਸ਼ਿਸ਼ ਰਹਿਮਤ ਕਰੋ, ਹੁਕਮ ਕਰੋ, ਮੈਨੂੰ ਵੀ ਲੈ ਕੇ ਚੱਲਿਓ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਉਸ ਵੇਲੇ ਮਨਾ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਭਾਨਾ ਜੀ ਤੁਹਾਡੇ ਪਿਤਾ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਉਹਨਾਂ ਨੂੰ ਅਜੇ ਕੁਝ ਕੁ ਸਮਾਂ ਬਤੀਤ ਹੋਇਆ ਕਿ ਉਹ ਸੰਸਾਰ ਵਿੱਚੋਂ ਗਮਨ ਕਰ ਗਏ ਨੇ, ਕੁਝ ਕੁ ਦਿਨ ਬਤੀਤ ਹੋਏ ਨੇ, ਪਰ ਤੁਸੀਂ ਇੱਥੇ ਰਹੋ, ਜੋ ਜੋ ਗੁਰੂ ਘਰ ਦੇ ਕਾਰਜ ਨੂੰ ਕਰਿਓ। ਨਾਲ ਸੰਗਤਾਂ ਵੀ ਉੱਤੇ ਪਹੁੰਚ ਰਹੀਆਂ। ਬਾਬਾ ਬੁੱਢਾ ਜੀ ਦੇ ਗਮਨ ਕਰਨ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਵੀ ਮਿਲਣਾ, ਗੱਲਾਂ ਬਾਤਾਂ ਵਿਚਾਰਾਂ ਕਰਨੀਆਂ, ਬੇਅੰਤ ਵਿਚਾਰ ਹੁੰਦੀ ਹੈ। ਤੇ ਆਪ ਜੀ ਉਹਨਾਂ ਟਾਈਮ ਇੱਥੇ ਰਿਓ ਜਦੋਂ ਸਾਡੇ ਮਨ ਦੇ ਵਿੱਚ ਵਿਚਾਰ ਪ੍ਰਾਪਤ ਹੋਵੇਗੀ, ਤੁਹਾਨੂੰ ਅਸੀਂ ਆਪਣੇ ਆਪ ਬੁਲਾ ਲਵਾਂਗੇ। ਹੁਣ ਇਹ ਵਿਚਾਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਸ਼੍ਰੀ ਭਾਨਾ ਜੀ ਨੂੰ ਇਹ ਬਚਨ ਕਹਿ ਕੇ ਰਮਦਾਸ ਨਗਰ ਦੇ ਵਿੱਚ ਠਹਿਰਨ ਦਾ ਉਪਦੇਸ਼ ਦਿੱਤਾ। ਤੇ ਸ਼੍ਰੀ ਭਾਨਾ ਜੀ ਵੀ ਆਗਿਆਕਾਰੀ ਨੇ। ਬਾਬਾ ਬੁੱਢਾ ਜੀ ਤਰ੍ਹਾਂ ਉਹਨਾਂ ਨੇ ਸਤ ਬਚਨ ਕਹਿ ਕੇ ਸਤਿਗੁਰ ਦੇ ਉਪਦੇਸ਼ ਨੂੰ ਮੰਨਿਆ, ਪਰ ਅੰਦਰੋਂ ਅੰਦਰੀ ਵਿਚਾਰ ਸੀ ਕਿ ਚੱਲ ਕੇ ਅਸੀਂ ਵੀ ਅੰਮ੍ਰਿਤਸਰ ਦੀ ਧਰਤੀ ਤੇ ਦੀਵਾਲੀ ਦੇ ਤਿਉਹਾਰ ਦੇ ਅੰਦਰ ਉੱਥੇ ਚੱਲ ਕੇ ਸਤਿਗੁਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਦੇ। ਪਰ ਦੂਜੇ ਪਾਸੇ ਹੁਕਮ ਦੇ ਅਧਿਕਾਰੀ ਵੀ ਹੈ ਸ਼੍ਰੀ ਭਾਨਾ ਜੀ, ਉਹ ਹੁਕਮ ਤੋਂ ਵੀ ਪਰੇ ਨਹੀਂ ਹੋਣਾ ਜਾਣਦੇ। ਹੁਕਮ ਮੰਨ ਕੇ ਸਤਿਗੁਰ ਜੀ ਦਾ ਉਸੇ ਵਕਤ ਹੀ ਸਤ ਬਚਨ ਕਹਿ ਦਿੱਤਾ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਜਿਹੜਾ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਹੁਕਮ ਦਾ ਅਧਿਕਾਰੀ ਹੋ ਜਾਂਦਾ। ਤੇ ਸਤਿਗੁਰੂ ਜੀ ਪਹਿਲਾਂ ਜਪਜੀ ਸਾਹਿਬ ਦੇ ਵਿੱਚ ਹੀ ਫਰਮਾਉਂਦੇ, ਕਹਿੰਦੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜੇ ਸਿੱਧੇ ਜੇ ਵਿਚਾਰ ਅਰਥ ਕਰਨੇ ਹੋਣ ਤੇ ਸਭ ਕੁਝ ਕਹਿੰਦੇ ਹੁਕਮ ਦੇ ਵਿੱਚ ਪ੍ਰਾਪਤ ਹੁੰਦਾ। ਹੁਕਮ ਤੋਂ ਬਾਹਰ ਕੁਝ ਵੀ ਹਾਸਲ ਨਹੀਂ ਜੇ ਹੁੰਦਾ। ਸਤਿਗੁਰੂ ਜੀ ਕਹਿੰਦੇ ਹੁਕਮ ਤੋਂ ਬਾਹਰ ਚੱਲ ਕੇ ਕੁਝ ਵੀ ਪ੍ਰਾਪਤੀ ਨਹੀਂ ਹੈ। ਜੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋ ਜਾਵੇ, ਹੁਕਮ ਮੰਨਣ ਦੇ ਆਦੀ ਹੋ ਜਾਈਏ ਤੇ ਫਿਰ ਆਨੰਦ ਹੀ ਵੱਖਰਾ। ਫਿਰ ਗੁਰਬਾਣੀ ਇਹ ਵੀ ਕਹਿੰਦੇ ਜੇ ਸਤਿਗੁਰ ਦਾ ਹੁਕਮ ਮੰਨਣ ਲੱਗ ਜਾਈਏ ਫਿਰ ਆਨੰਦ ਹੀ ਵੱਖਰਾ, ਬਖਸ਼ਿਸ਼ ਰਹਿਮਤ ਕਰਦੀ ਹੈ। ਤਾਂ ਤੇ ਉਹ ਵਿਚਾਰ ਉਸ ਵੇਲੇ ਬਾਬਾ ਭਾਨਾ ਜੀ ਨੇ ਸਤ ਵਚਨ ਕਹੇ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਜਲ ਪਾਣੀ ਸੰਗਤਾਂ ਨੇ ਛਕਿਆ। ਸ਼ਾਮ ਹੋਈ ਹੈ, ਸੰਧਿਆ ਦਾ ਸਮਾਂ ਹੋਇਆ। ਜਲ ਪਾਣੀ ਛਕ ਕੇ ਸਾਰੇ ਜਾਣੇ ਰਾਤ ਨੂੰ ਆਰਾਮ ਦੇ ਨਾਲ ਸੌਂ ਗਏ। ਦੂਜਾ ਦਿਨ ਉਦੇ ਹੋਇਆ ਤੇ ਸਤਿਗੁਰੂ ਜੀ ਨੇ ਸਿੱਖਾਂ ਸਮੇਤ ਤਿਆਰੀ ਕੀਤੀ ਆ ਅੰਮ੍ਰਿਤਸਰ ਦੀ ਧਰਤੀ ਤੇ ਜਾਣ ਦੀ। ਸਾਰੇ ਸਿੱਖ ਤਿਆਰ ਹੋਏ ਨੇ, ਘੋੜੇ ਤੇ ਸਵਾਰ ਹੋਏ ਤੇ ਅੰਮ੍ਰਿਤਸਰ ਦੀ ਧਰਤੀ ਵੱਲ ਕੂਚ ਕਰ ਗਏ। ਚਲਦੇ ਚਲਦੇ ਬਖਸ਼ਿਸ਼ਾਂ ਰਹਿਮਤਾਂ ਸਤਿਗੁਰੂ ਜੀ ਵਰਤਾਉਂਦੇ ਰਸਤੇ 'ਚ ਅੰਮ੍ਰਿਤਸਰ ਦੀ ਧਰਤੀ ਤੇ ਜਾ ਪਹੁੰਚੇ ਨੇ। ਤੇ ਥੋੜੇ ਜਿਹੇ ਦੂਰੀ ਤੇ ਪਹਿਲਾਂ ਹੀ ਕਹਿੰਦੇ ਇੱਕ ਸਿੱਖ ਨੂੰ ਭੇਜ ਦਿੱਤਾ ਦਰਬਾਰ ਸਾਹਿਬ ਵਿਖੇ ਅੰਮ੍ਰਿਤਸਰ ਕਿ ਚੱਲ ਕੇ ਵੱਡੇ ਪੱਧਰ ਤੇ ਕਹਿੰਦੇ ਕੜਾ ਪ੍ਰਸ਼ਾਦੀ ਦੇਗ ਤਿਆਰ ਕਰੋ।
ਤੋ ਸਿੱਖ ਗਿਆ ਸੁਨੇਹਾ ਲੈ ਕੇ ਵੱਡੇ ਪੱਧਰ ਤੇ ਕਹਿੰਦੇ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਗਈ। ਉਸ ਵੇਲੇ ਸਤਿਗੁਰੂ ਜੀ ਥੋੜੇ ਸਮੇਂ ਬਾਅਦ ਕਹਿੰਦੇ ਆਪ ਪਹੁੰਚ ਗਏ ਤੇ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਸਤਿਗੁਰੂ ਜੀ ਪਹੁੰਚੇ ਆ, ਮਨ ਵਿੱਚ ਬੜੀਆਂ ਖੁਸ਼ੀਆਂ ਏ, ਬੜੇ ਆਨੰਦ ਹੈ। ਇੱਕ ਪਾਸੇ ਦੇ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਸਤਿਗੁਰ ਦੇ ਆਉਣ ਦਾ ਮਨ ਦੇ ਵਿੱਚ ਚਾਉ ਹੈ, ਤੇ ਦੂਜਾ ਸਤਿਗੁਰ ਜੀ ਪਧਾਰੇ ਨੇ ਅਚਨਚੇਤ ਮਨ ਵਿੱਚ ਹੋਰ ਵੀ ਖੁਸ਼ੀ ਵੱਧ ਗਈ ਹੈ, ਹੋਰ ਵੀ ਖੁਸ਼ੀਆਂ ਨੂੰ ਚਾਰ ਚੰਨ ਲੱਗ ਗਏ, ਸਤਿਗੁਰ ਦੀ ਕਿਰਪਾ ਹੋ ਗਈ। ਗੁਰੂ ਸਤਿਗੁਰ ਜੀ ਨੇ ਕਹਿੰਦੇ ਉੱਥੇ ਖੂਹੇ ਦੇ ਜਲ ਦੇ ਨਾਲ ਕਹਿੰਦੇ 5 ਇਸ਼ਨਾਨ ਕੀਤੇ, ਬਾਅਦ ਵਿੱਚ ਸਰੋਵਰ ਵਿੱਚ ਇਸ਼ਨਾਨ ਕੀਤਾ ਸੰਗਤਾਂ ਸਮੇਤ, ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿੰਦੇ ਨਤਮਸਤਕ ਹੋਏ ਨੇ। ਬਾਅਦ ਵਿੱਚ ਦਰਬਾਰ ਸਾਹਿਬ ਇਧਰ ਪਰਿਕਰਮਾ 4 ਕੀਤੀਆਂ, 4 ਪਰਿਕਰਮਾ ਕਰਕੇ ਉਪਰੰਤ ਸਤਿਗੁਰੂ ਜੀ ਨੇ ਇਧਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਅਰਦਾਸ ਬੇਨਤੀ ਕੀਤੀ। ਵੱਡੇ ਪੱਧਰ ਦੇ ਉੱਤੇ ਕੜਾ ਪ੍ਰਸ਼ਾਦੀਆਂ ਦੇਗਾਂ ਵਰਤਾਈਆਂ ਗਈਆਂ। 5 ਗੁਰੂ ਸਾਹਿਬਾਂ ਦੇ ਮਨ ਦੇ ਵਿੱਚ ਭਾਵਨਾ ਸਹਿਤ ਕਹਿੰਦੇ ਅਰਦਾਸ ਬੇਨਤੀ ਕੀਤੀ, ਖਿਆਲਾਤ ਰੱਖ ਕੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਪਰੰਤ ਕੜਾ ਪ੍ਰਸ਼ਾਦੀਆਂ ਦੇਗਾਂ ਵਰਤਾਈਆਂ ਗਈਆਂ। ਸ਼ੁਕਰਾਨਾ ਕੀਤਾ ਗਿਆ ਸਤਿਗੁਰੂ ਗੁਰੂ ਨਾਨਕ ਦੇ ਦਰ ਘਰ ਦਾ। ਉਸ ਵੇਲੇ ਸਤਿਗੁਰੂ ਜੀ ਨੇ ਇਦਾਂ ਬਖਸ਼ਿਸ਼ ਰਹਿਮਤ ਕੀਤੀ। ਬਾਅਦ ਵਿੱਚ ਇਧਰ ਅਕਾਲ ਤਖਤ ਵਾਲੀ ਜਗ੍ਹਾ ਦੇ ਸਥਾਨ ਤੇ ਸਤਿਗੁਰੂ ਜੀ ਉੱਚੇ ਅਸਥਾਨ ਤੇ ਵਿਰਾਜਮਾਨ ਹੋਏ, ਸਿੰਘਾਸਣ ਤੇ ਵਿਰਾਜਮਾਨ ਹੋਏ ਨੇ, ਤੇ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰ ਰਹੇ ਨੇ। ਹੁਣ ਜਿਸ ਵੇਲੇ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਨੇ, ਮਨ ਵਿੱਚ ਬੇਅੰਤ ਖੁਸ਼ੀ ਹੈ, ਬਖਸ਼ਿਸ਼ ਰਹਿਮਤ ਹੋਈ ਹੈ। ਇੱਕ ਤੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਹੈ, ਦੂਜਾ ਸਤਿਗੁਰੂ ਜੀ ਪਧਾਰੇ ਨੇ ਬਖਸ਼ਿਸ਼ਾਂ ਰਹਿਮਤਾਂ ਕਰਕੇ ਦਰਸ਼ਨ ਦਿੱਤੇ ਨੇ, ਇਹ ਆਨੰਦ ਹੈ ਮਨ ਵਿੱਚ। ਡਬਲ ਖੁਸ਼ੀ ਹੋ ਗਈ, ਬੇਅੰਤ ਖੁਸ਼ੀ ਹੋ ਗਈ, ਸਤਿਗੁਰੂ ਦੀ ਕਿਰਪਾ ਹੋ ਗਈ ਹੈ। ਉਸ ਵੇਲੇ ਸਤਿਗੁਰੂ ਜੀ ਨੇ ਅਚਨਚੇਤ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਭਾਈ ਸਿੱਖੋ, 2 ਸਿੱਖ ਉਠੋ, ਇੱਕ ਸਿੱਖ ਤੇ ਜਾਓ ਗੋਇੰਦਵਾਲ ਦੀ ਧਰਤੀ ਤੇ, ਜਿੱਥੇ ਸਤਿਗੁਰੂ ਜੀ ਦਾ ਪਰਿਵਾਰ ਹੈ, ਸਤਿਕਾਰਯੋਗ ਦਮੋਦਰੀ ਜੀ, ਮਰਵਾਹੀ ਜੀ, ਨਾਨਕੀ ਜੀ, ਉੱਥੇ ਸਤਿਗੁਰ ਦੇ ਮਹਿਲ ਵਿਰਾਜਮਾਨ ਹੈ। ਤੇ ਸਤਿਗੁਰ ਦੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਧੀਰਜਮਲ ਜੀ, ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਅਣੀ ਰਾਏ ਜੀ, ਉਹ ਸਾਰੇ ਸਤਿਗੁਰ ਦੇ ਸਾਹਿਬਜ਼ਾਦੇ ਪਰਿਵਾਰ ਸਮੇਤ ਉੱਥੇ ਆ ਗੋਇੰਦਵਾਲ ਦੀ ਧਰਤੀ ਤੇ। ਜਾਓ, ਜਾ ਕੇ ਦੀਵਾਲੀ ਦੇ ਤਿਉਹਾਰ ਦਾ ਉਹਨਾਂ ਨੂੰ ਲੈ ਕੇ ਆਓ, ਉੱਥੋਂ ਜਾ ਕੇ ਸਾਰੇ ਪਰਿਵਾਰ ਨੂੰ ਸਤਿਗੁਰ ਨੇ ਹੁਕਮ ਕੀਤਾ। ਤੇ ਨਾਲ ਸਤਿਕਾਰਯੋਗ ਬਾਬਾ ਸੁੰਦਰ ਜੀ ਨੂੰ ਵੀ ਲੈ ਕੇ ਆਇਓ, ਜਿਨ੍ਹਾਂ ਨੇ ਗੁਰਬਾਣੀ ਰਾਮਕਲੀ ਸਤਿਗੁਰਬਾਣੀ ਉਚਾਰਨ ਕੀਤੀ, ਜਿਹੜੀ ਭੋਗ ਤੋਂ ਮ੍ਰਿਤਕ ਭੋਗ ਤੋਂ ਉਪਰੰਤ ਪੜ੍ਹੀ ਜਾਂਦੀ ਹੈ, ਉਹ ਲੈ ਕੇ ਆਇਓ। ਕਹਿੰਦੇ ਬਾਬਾ ਸੁੰਦਰ ਜੀ ਨੂੰ ਵੀ ਨਾਲ ਲੈ ਕੇ ਆਇਓ, ਉੱਥੋਂ ਜਾ ਕੇ ਗੋਇੰਦਵਾਲ ਦੀ ਧਰਤੀ ਤੋਂ। ਤੇ ਜਦੋਂ ਸਤਿਗੁਰ ਨੇ ਹੁਕਮ ਕੀਤਾ, ਕਹਿੰਦੇ ਇੱਕ ਸਿੱਖ ਛੇਤੀ ਦੇਣੇ ਘੋੜੇ ਤੇ ਸਵਾਰ ਹੋ ਕੇ ਇਧਰ ਗੋਇੰਦਵਾਲ ਦੀ ਧਰਤੀ ਤੇ ਚਲਾ ਗਿਆ। ਸਤਿਗੁਰੂ ਜੀ ਕਹਿੰਦੇ ਇੱਕ ਸਿੱਖ ਹੋਰ ਉਠੋ, ਜਾ ਕੇ ਕਰਤਾਰਪੁਰ ਦੀ ਧਰਤੀ ਤੇ ਪਹੁੰਚੋ, ਜਿੱਥੇ ਪੈਂਦੇ ਖਾਂ ਪਠਾਨ ਆਪਣੇ ਪਰਿਵਾਰ ਸਮੇਤ ਮੌਜੂਦ ਹੈ, ਉਹਨੂੰ ਵੀ ਲੈ ਕੇ ਆਓ। ਦੀਵਾਲੀ ਦੇ ਤਿਉਹਾਰ ਤੱਕ ਉਹਨੂੰ ਲੈ ਕੇ ਆਓ। ਕੁਝ ਕੁ ਦਿਨ ਬਤੀਤ ਹੋਣ ਤੱਕ ਰਹਿੰਦੇ ਨੇ, ਦੀਵਾਲੀ ਦਾ ਤਿਉਹਾਰ ਨਜ਼ਦੀਕ ਆ। ਉਸ ਵੇਲੇ ਇੱਕ ਸਿੱਖ ਗੋਇੰਦਵਾਲ ਦੀ ਧਰਤੀ ਤੇ ਗਿਆ ਤੇ ਦੂਜਾ ਸਿੱਖ ਕਰਤਾਰਪੁਰ ਦੀ ਧਰਤੀ ਤੇ ਗਿਆ। ਜਾ ਕੇ ਆਪੋ ਆਪਣੇ ਰਸਤਿਆਂ ਤੇ ਤੁਰੇ ਜਾਂਦੇ ਨੇ। ਤੁਰਦੇ ਤੁਰਦੇ ਕਹਿੰਦੇ ਇੱਕ ਤੇ ਸਿੱਖ ਪਹੁੰਚ ਗਿਆ ਗੋਇੰਦਵਾਲ ਦੀ ਧਰਤੀ ਤੇ, ਦੂਜਾ ਸਿੱਖ ਕਰਤਾਰਪੁਰ ਦੀ ਧਰਤੀ ਤੇ ਪਹੁੰਚ ਗਿਆ।
इधर जदों गोइंदवाल की धरती ते पहुंचया ते जाके सत्कारयोग सतगुर दे परिवार नूं नमस्कार कीती, खैर सुख पुछी है ते जाके सतगुर दा बचन उपदेश सनेहा मैसेज दिता है कि सतगुर जी अमृतसर की धरती ते विराजमान होए ने। दिवाली के त्योहार विच कुछ दिन बतीत होण तक रहिंदे ने। आप जी कृपा करो, चलो उत्थे चल के बख्शिशां रहमतां सतगुर जी वरता रहे ने, तुहानूं बुलाया। ते सारा परिवार उसे वक्त कहंदे तैयार होया, मन विच खुशी है, सतगुर दे दर्शन प्राप्त होणगे। उधर दूजे पासे कहंदे पैंदे खां पठार नूं भी सुनेहा मिल गया, सतगुर जी वल्लों भी तुर पिया। हुण तुरदे तुरदे सतगुर जी दे परिवार गोइंदवाल की धरती तो इधर अमृतसर की धरती ते पहुंचे आ। बड़ा आनंद है, मन दे विच खुशियां है। ते कहंदे जिस वेले अमृतसर की धरती ते तुरदे तुरदे पहुंचे आ, पता लग्या सतगुर जी का परिवार आया। संगत ने बेअंत सत्कार किया, आओ भगत कीती, जी आया नूं किया। ते सतगुर दा परिवार सारा कहंदे दरबार साहिब विखे नतमस्तक होया, जल इशनान किया ते सतगुर दे दर्शन दीदारे करके मन दे विच बड़ा चाउ उत्पन्न होया, खुशी प्राप्त हुई है। मन दे विच वखरा ही चाउ है कि संसार दा कोई खजाना प्राप्त हो गया होवे। हुण जिहदे मन दे विच चाउ है कि सतगुर दी प्राप्ति होवे, सतगुर दे दर्शन होण, ਉਹਦੇ मन विच बस इदां दी मस्ती, इदां दा चाउ, इदां दी प्राप्ति हुंदी है, ਉਹਨੂੰ खुद ਨੂੰ नहीं पता लगता कि मैनू प्राप्त की हो गया। बस मन कहंदे आए चाउ दे विच उछाले मारदा, खुशी दे विच झूमदा है जदों सतगुर दी प्राप्ति हो जाती। हुण उस वेले वो सतगुर दे दरबार ते पहुंचे ने परिवार, ते सतगुर दे दर्शन करके मन विच खुशी प्राप्त हुई है। ते सतगुरु गुरु हरगोबिंद महाराज दे जिहड़े साहिबजादे ने, सत्कारयोग बाबा गुरदित्ता जी, सूरजमल जी, अणी राय जी, उस वेले अटल राय जी ते सत्कारयोग गुरु तेग बहादुर महाराज नौवें पातशाह छोटी जी अवस्था दे विच सत्कारयोग बीबी बीरो जी दे गोद विच चुके हुए ने, छोटे जे ने। ते सतगुरु जी ने बीबी बीरों तो पकड़िया, मन दे विच प्यार जागया सतगुर दे, ते चक के गोदी प्राप्त किया। सतगुरु जी ने बड़ा लाड किया, चाउ किया। गुरु तेग बहादुर महाराज जी नूं गोद विच लैके ते अपने दूजे साहिबजादे जिहड़े सतगुरु जी दे, उन्हां नूं भी बड़ी चाउ दे नाल गलवकड़ी पा के मिले ने। सतगुर दे परिवार सारा उत्थे पहुंचिया, जी आया नूं कहना कीता, भगत कीती सारिआं दी। ते कहंदे खुशियां ते खुशियां प्राप्त होईयां, बख्शिशां रहमतां होईयां। उस वेले पैंदे खां पठान भी कहंदे रस्ते च तुरदा तुरदा इत्थे सतगुर दे नजदीक पहुंच गया। उन्हें भी अनुसार सतगुर दे दर्शन दीदारे प्राप्त कीते ने। सतगुरु जी नूं अपने दर कर दी विचार दी जो गल बात गृहस्थी मार्ग दी दसी, सतगुर ने जो विचार सी वो पुछी, सुख शांत पुछी है। ते सतगुरु गुरु हरगोबिंद महाराज छेवें पातशाह सतगुरु जी ने कृपा की। देखिया जदों पैंदे खां पठान अपने परिवार समेत पहुंचिया, ते सतगुरु जी ने पैंदे खां पठान नूं वो स्थान दे दिता, घर दे दिता जिथे कहंदे सत्कारयोग बीबी कौला जी रहिंदे सन। वो घर दे दिता, परिवार समेत कहंदे पैंदे खां पठान उत्थे रहन लग पिया। हुण सतगुरु जी की कृपा रहमत हुई है, बख्शिश हुई है। गुरु घर दे विच खुशियां रौनकां लगणियां शुरू हो गईयां। जिवें जिवें संगतां नूं पता लग्या सतगुरु जी अमृतसर की धरती ते पधारे ने, तिवें तिवें संगतां दोनियां चौड़ियां होके सतगुरु दे सन्मुख पहुंचणियां शुरू हो गईयां।
सतगुर दी कृपा रहमत वरती बेअंत सिखी दे सतगुर जी प्रवाह चला रहे ने, गुरबाणी दे प्रवाह चला रहे ने, सिੱਖੀ प्रदान कर रहे ने। जो भी सतगुर दे दर घर विखे पहुंचदा वो खुशियां दे नाल झूम उठदा, आनंद वखरा प्राप्त हुंदा, मन नूं शांति प्राप्त हुंदी सतगुर दे दर्शन करके। क्योंकि इस फानी संसार दे विच आटोमैटिकली सतगुर दी बख्शिश रहमत प्राप्त होनी शुरू हो जाती जदों सतगुर जी अंदरली विचार दे नाल किसे मनुख नूं, किसे सेवक नूं बख्श देण, फिर आनंद ही वखरा वध जांदा, खुशी प्राप्त हो जाती। सतगुर जी कृपा कर दिंदे। उस वेले संगतां हुंदियां दूरों दूरों आके सतगुर दे सन्मुख नतमस्तक हुंदियां ते सतगुर दे सन्मुख बेअंत भेटावां अर्पण करदियां। कोई सतगुर दे सन्मुख किदां दी भेटा लैके हुंदा, कोई किदां दी, कोई माया करके सतगुर जी नूं भेटा करदा, कोई हीरे जवरात भेटा करदा, कोई रस्त पानी लिया के सतगुर दे सन्मुख लिया के भेटा करदा ते भेटावां दे बड़े अंबार लगने शुरू हो गए। सतगुर दी कृपा हो गई। हुण दिवाली दे त्योहार दे संबंध विच तैयारियां कीतियां गईयां, बड़े पद्धर दे उत्ते संगतां जुड़न लगियां, बेअंत बख्शिश रहमत हुई है, खुशियां दे विच खुशियां प्राप्त होणियां शुरू होईयां ने। सतगुर दी कृपा हुई, गुरबाणी दे बेअंत अथाह प्रवाह चलण लगे ने। भाई गुरदास जी, भाई विधि चंद वर्गे सिख सतगुर दे जिहड़े नजदीक बहुत ज्यादा प्रेमी सिख ने, वो गुरु घर दे जो कारज ने अगे होके नाल रल के सारे कारां बिहारां दे विच आप सतगुर दे सन्मुख रह के सतगुर दी बख्शिश रहमत प्राप्त कर रहे ने। इदां करके कहंदे सतगुर दी कृपा रहमत वरतनी शुरू हुई। उस वेले ये खुशियां दे विच सत्कारयोग माता दमोदरी जी उन्होंने बेनती की सतगुरु हरगोबिंद महाराज छेवें पातशाह जी के सन्मुख। वो कहन लगे सतगुरु जी आप जी कृपा करो, साडे बड़े पुत्र जो गुरदित्ता जी उन्होंने विआह आनंद कारज उन्होंने शादी होया नूं काफी समा हो गया, आप जी कृपा करो, मेरे मन में चाओ है कि मैं पुत्र पोतरे की प्राप्ति करा, आप जी कृपा करो। सतगुरु जी ने हस के मुस्कुरा के कह दिता, कहंदे दमोदरी जी आप जी दे ग्रह वेखे दो पोतरे प्राप्त होणगे समा पा के, जो कि बहुत ही वड्डी बख्शिश रहमत दे मालक होणगे। उन्हां ते गुरु नानक दे मार दी कृपा वरतेगी, दो पुत्रे प्राप्त होणगे। बाबा गुरदित्ता जी दे ग्रह वेखे दो पुत्र प्राप्त होणगे ते तुहाडे मन दी भावना जरूर पूरी होवेगी। खुश होए ने दमोदरी जी ये बचन सुन के। उपरंत समा पा के कहंदे इधर जिहड़ा पेंदे खां पठान है उहदे ग्रह विखे एक पुत्री ने जन्म लिया। ते जदों पेंदे खां पठान ने आके दस्सिया सतगुरु जी एक पुत्री ने जन्म लिया है, ते सतगुरु दे सन्मुख उस वेले गुरु सतगुरु जी ने पेंदे खां पठान नूं उस वेले धीरज दिता, कोई गल नहीं भाई, इस पुत्री नूं पुत्रां वांगू परवरिश कर। इस दे उत्ते सतगुरु दी कृपा रहमत वरतेगी। ते पेंदे खां पठान चला गया घर वेखे। बाद विच सतगुरु जी थोड़े क हसे ने, मुस्कुराए ने इस संबंध विच। ते कोले सतगुरु दे सेवक खलोता सी, उन्हें पूछा सतगुरु जी आप जी हसे कादों है, मुस्कुराए क्यों, इहदे विच कोई ना कोई राज जरूर है, दसो जरा। ते सतगुरु जी ने आख्या, कहंदे पेंदे खां पठान दे ग्रह विखे जिहड़ी पुत्री ने जन्म लिया ना, इस दे जन्म दे विच संसार दे अंदर कहंदे इदां दी रीत होवेगी, इदां समा पा के इदां विचार होवेगा, कहंदे इहदे कारण करके भारी जंग छिड़ेगा, तुरकां दा बहुत बड़ा नाश होवेगा इन्हां दे कारण करके। तां करके सतगुरु जी कहंदे असीं हसे आ, मुस्कुराए आ। उस वेले
ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਕਰਕੇ ਸਿੱਖ ਨੂੰ ਦੱਸਿਆ ਤੇ ਸਤਿਗੁਰੂ ਜੀ ਤੋਂ ਇਹ ਗੱਲ ਸੁਣ ਕੇ ਸਿੱਖ ਬੜਾ ਅੰਦਰੋਂ ਅੰਦਰੀ ਹਿਰਦੇ ਤੋਂ ਸਤਿਗੁਰੂ ਦਾ ਇਹ ਵਿਚਾਰ ਦੇਖ ਕੇ ਬੜਾ ਅਚੰਭਵ ਹੋਇਆ। ਉਹ ਕਹਿੰਦਾ ਅਨੋਖਾ ਅਚਰਜ ਹੋਇਆ ਕਿ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ ਕਿੱਡੀ ਵੱਡੀ ਕਿਰਪਾ ਗੁਰੂ ਸਤਿਗੁਰੂ ਦੀ ਬਖਸ਼ਿਸ਼ ਕਰਦੇ ਨੇ, ਜਿਹੜੇ ਵੱਡੀ ਦੂਰ ਦੀ ਦ੍ਰਿਸ਼ਟੀ ਦੇਖਦੇ ਨੇ। ਪੈਂਦੇ ਖਾਂ ਪਠਾਨ ਨੇ ਇਦਾਂ ਜਦੋਂ ਸਤਿਗੁਰੂ ਦੇ ਸਨਮੁਖੇ ਬੇਨਤੀ ਕੀਤੀ ਤੇ ਸਤਿਗੁਰੂ ਨੇ ਜਾਣ ਲਿਆ ਪੈਂਦੇ ਖਾਂ ਪਠਾਨ ਦੀ ਪੁੱਤਰੀ ਦੇ ਕਾਰਨ ਕਰਕੇ ਬਹੁਤ ਵੱਡਾ ਜੰਗ ਛਿੜੇਗਾ। ਤੇ ਸਤਿਗੁਰੂ ਜੀ ਦੇ ਸਨਮੁਖ ਇਦਾਂ ਦੀ ਵਿਚਾਰ ਕੀਤੀ। ਬਾਅਦ ਵਿੱਚ ਪੈਂਦੇ ਖਾਂ ਪਠਾਨ ਫੇਰ ਸਤਿਗੁਰੂ ਜੀ ਨੂੰ ਮਿਲਿਆ, ਉਹਨੇ ਗੁੱਸਾ ਜ਼ਾਹਰ ਕੀਤਾ। ਸਤਿਗੁਰੂ ਜੀ ਕਹਿੰਦੇ ਹਰਗੋਬਿੰਦਪੁਰ ਨਗਰ ਵਿਖੇ ਜਿਹੜਾ ਤੁਸੀਂ ਜੰਗ ਕੀਤਾ ਉਹਦੇ ਵਿੱਚ ਮੈਨੂੰ ਬੁਲਾਇਆ ਕਿਉਂ ਨਹੀਂ, ਮੇਰੇ ਤੇ ਕਿਰਪਾ ਕਿਉਂ ਨਹੀਂ ਕੀਤੀ? ਕਿਉਂਕਿ ਸਤਿਗੁਰੂ ਦੀ ਪੈਂਦੇ ਖਾਂ ਪਠਾਨ ਦੇ ਹੰਕਾਰ ਨੂੰ ਦੂਰ ਕਰਨਾ ਚਾਹੁੰਦੇ ਸਾ। ਉਸ ਵੇਲੇ ਹੰਕਾਰ ਪੈਦਾ ਹੋ ਗਿਆ ਸੀ ਪੈਂਦੇ ਖਾਂ ਪਠਾਨ ਦੇ ਮਨ ਵਿੱਚ ਕਿ ਮੇਰੇ ਵਰਗਾ ਮਹਾਬਲੀ ਯੋਧਾ ਸੂਰਮਾ ਕੋਈ ਨਹੀਂ। ਤੇ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਤੂੰ ਇਹ ਵੱਡਾ ਹੰਕਾਰ ਲਈ ਫਿਰਦਾ। ਉਹਨੇ ਵੀ ਸੋਚਿਆ ਕਿ ਮੇਰੇ ਤੋਂ ਬਿਨਾਂ ਸਤਿਗੁਰੂ ਦੀ ਜੰਗ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਸੀ ਕਰ ਸਕਦੇ। ਤੇ ਸਤਿਗੁਰੂ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਉਹਨੂੰ ਛੱਡ ਦਿੱਤਾ ਸੀ ਕਿ ਤੂੰ ਇੱਥੇ ਰਹਿ। ਬਾਅਦ ਵਿੱਚ ਆਪ ਹਰਗੋਬਿੰਦਪੁਰ ਵਿਖੇ ਜੋ ਸਤਿਗੁਰੂ ਜੀ ਨੇ 15,000 ਦੀ ਫੌਜ ਮਾਰ ਦਿੱਤੀ ਤੁਰਕਾਂ ਦੀ, ਉਹ ਆਪ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਸਿੱਖਾਂ ਤੇ ਜੰਗ ਯੁੱਧ ਮੈਦਾਨ ਦੇ ਵਿੱਚ ਇਹ ਬਖਸ਼ਿਸ਼ ਕੀਤੀ। ਤੇ ਸਤਿਗੁਰੂ ਜੀ ਨਾਲ ਗੁੱਸਾ ਜ਼ਾਹਰ ਕਰਦੇ ਆ ਪੈਂਦੇ ਖਾਂ ਪਠਾਨ, ਸਤਿਗੁਰੂ ਜੀ ਤੁਸੀਂ ਮੈਨੂੰ ਬੁਲਾਇਆ ਕਿਉਂ ਨਹੀਂ? ਸਤਿਗੁਰੂ ਜੀ ਕਹਿੰਦੇ ਕੁਝ ਕੁ ਸੈਨਾ ਸੀ, ਬਸ 15,000 ਦੀ ਸੈਨਾ ਸੀ, ਉਹਨੂੰ ਮਾਰ ਦਿੱਤਾ, ਕੁਝ ਕੁ ਵੱਜ ਗਈ, ਉਹ ਭੱਜ ਗਏ ਸਨ। ਤੇ ਜਦੋਂ ਪੈਂਦੇ ਖਾਂ ਪਠਾਨ ਨੇ ਸੁਣਿਆ 15,000 ਦੀ ਫੌਜ, ਉਹਨੇ ਮਨ ਵਿੱਚ ਵਿਚਾਰ ਕੀਤੀ ਸਤਿਗੁਰੂ ਜੀ ਕਰਨ ਕਾਰਨ ਦੇ ਸਮਰੱਥਕ ਨੇ, 15,000 ਦੀ ਫੌਜ ਨੂੰ ਮਾਰ ਦਿੱਤਾ ਕੁਝ ਕੁ ਸਿੱਖਾਂ ਦੇ ਨਾਲ। ਉਹਦੇ ਮਨ ਵਿੱਚ ਜਿਹੜਾ ਹੰਕਾਰ ਸੀ ਕਿ ਮੇਰੇ ਵਰਗਾ ਯੋਧਾ ਕੋਈ ਨਹੀਂ, ਉਹ ਹੰਕਾਰ ਮਨ ਦੇ ਵਿੱਚੋਂ ਟੁੱਟ ਗਿਆ ਸੀ। ਕਹਿੰਦੇ ਜਿਸ ਵੇਲੇ ਕੋਈ ਹੰਕਾਰੀ ਮਨੁੱਖ ਬਣ ਜਾਂਦਾ, ਮਨ ਵਿੱਚ ਹੰਕਾਰ ਧਾਰਨ ਕਰ ਲੈਂਦਾ ਕਿ ਮੇਰੇ ਵਰਗਾ ਗੁਰੂ ਦਾ ਸੇਵਕ ਕੋਈ ਨਹੀਂ, ਸਤਿਗੁਰੂ ਜੀ ਕਹਿੰਦੇ ਉਸ ਵੇਲੇ ਸਤਿਗੁਰੂ ਜੀ ਮਨ ਵਿੱਚੋਂ ਹੰਕਾਰ ਤੋੜਨਾ ਵੀ ਜਾਣਦੇ ਨੇ, ਬਖਸ਼ਿਸ਼ ਰਹਿਮਤ ਕਰਨਾ ਵੀ ਜਾਣਦੇ ਨੇ। ਤੇ ਪੈਂਦੇ ਖਾਂ ਪਠਾਨ ਦੇ ਮਨ ਵਿੱਚ ਇਦਾਂ ਵਿਚਾਰ ਪ੍ਰਾਪਤ ਹੋਈ, ਸਾਰਾ ਹੰਕਾਰ ਦੂਰ ਹੋ ਗਿਆ। ਉਹ ਕਹਿੰਦਾ ਮੈਂ ਤੇ 7,000 ਦੀ ਫੌਜ ਦੇ ਨਾਲ ਲੜ ਕੇ ਉਹਨਾਂ ਨੂੰ ਸਤਿਗੁਰ ਦੇ ਨਾਲ ਰਲ ਕੇ ਮਾਰ ਕੇ ਬੜਾ ਵੱਡਾ ਯੋਧਾ ਬਣਿਆ ਫਿਰਦਾ ਸੀ, ਪਰ ਸਤਿਗੁਰ ਨੇ ਤੇ 15